2 ਮਹੀਨੇ 'ਚ ਆਪਣੀ ਰਿਪੋर्ट कमेटी सुप्रीम कोर्ट ਨੂੰ ਸੌਂਪੇਗੀ। जी हाँ, सुप्रीम कोर्ट ਦਾ खेती ਕਾਨੂੰਨਾਂ ਤੇ बनाई गई 4 ਮੈਂਬਰੀ ਕਮੇਟੀ ਨੂੰ ਹੁਕਮ ਹੈ 10 ਦਿਨਾਂ ਦੇ ਅੰਦਰ ਅੰਦਰ ਕਮੇਟੀ ਦੀ ਪਹਿਲੀ ਮੀਟਿੰਗ ਹੋਣੀ ਚਾਹੀਦੀ ਹੈ। ਕਾਨੂੰਨਾਂ ਦਾ ਵਿਰੋਧ ਅਤੇ ਹਮਾਇਤ ਕਰਨ ਵਾਲੇ ਕਿਸਾਨ ਕਮੇਟੀ ਦੇ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ। ਦਿੱਲੀ 'ਚ ਕਮੇਟੀ ਮੈਂਬਰਾਂ ਨੂੰ ਦਫ਼ਤਰ ਦਿੱਤਾ ਜਾਵੇ। ਕੇਂਦਰ ਸਰਕਾਰ ਕਮੇਟੀ ਦਾ ਸਾਰਾ ਖਰਚਾ ਚੁੱਕੇਗੀ। जी हाँ, ਤੁਹਾਨੂੰ ਦੱਸ ਦਈਏ ਅੱਜ ਬੇहद ਅਹਿਮ ਸੁਣਵਾਈ ਸੀ ਤੇ ਇਸ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਦਾ ਸਪਸ਼ਟ ਤੌਰ ਤੇ ਕਹਿਣਾ ਹੈ ਕਿ ਇਸ ਕਮੇਟੀ ਦੇ ਸਾਹਮਣੇ खेती ਕਾਨੂੰਨਾਂ ਦੇ ਪੱਖ ਦੇ ਵਿੱਚ ਤੇ ਇਹਦੇ ਵਿਰੋਧ ਦੇ ਵਿੱਚ ਜਿਹੜੀਆਂ ਧਿਰਾਂ ਨੇ ਉਹ ਆ ਕੇ ਆਪੋ ਆਪਣਾ ਪੱਖ ਰੱਖਣਗੀਆਂ ਤੇ ਉਸ ਤੋਂ ਬਾਅਦ ਇਹ ਕਮੇਟੀ ਆਪਣੀ ਇੱਕ ਰਿਪੋਰਟ ਜਿਹੜੀ ਹੈ ਉਹ ਸੁਪਰੀਮ ਕੋਰਟ ਨੂੰ ਸੌਂਪੇਗੀ। ਸੁਪਰੀਮ ਕੋਰਟ 'ਚ ਇਹ 4 ਮੈਂਬਰੀ ਕਮੇਟੀ 10 ਦਿਨਾਂ ਦੇ ਅੰਦਰ ਅੰਦਰ 10 ਦਿਨਾਂ 'ਚ ਪਹਿਲੀ ਮੀਟਿੰਗ ਹੋਵੇਗੀ ਤੇ ਉਸ ਤੋਂ ਬਾਅਦ ਜੋ ਕੋਈ ਵੀ ਰਿਪੋਰਟ ਤਿਆਰ ਹੋਵੇਗੀ ਉਹ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੀ ਜਾਵੇਗੀ। ਹਾਲਾਂਕਿ ਤੁਹਾਨੂੰ ਦੱਸ ਦਈਏ ਜਿਹੜੇ 4 ਮੈਂਬਰ ਰੱਖੇ ਗਏ ਨੇ ਇਸ ਕਮੇਟੀ ਦੇ ਵਿੱਚ ਇਹਨਾਂ ਮੈਂਬਰਾਂ ਦੇ ਉੱਪਰ ਸਵਾਲ ਚੁੱਕੇ ਨੇ ਕਿਸਾਨ ਆਗੂਆਂ ਨੇ। ਨਾਲ ਹੀ ਕਿਸਾਨ ਆਗੂਆਂ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਅਸੀਂ ਇਸ ਕਮੇਟੀ ਦੇ ਨਾਲ ਕਿਸੇ ਤਰੀਕੇ ਦਾ ਕੋਈ ਰਾਬਤਾ ਕਿਸੇ ਢੰਗ ਨਾਲ ਕੋਈ ਕੋਆਪਰੇਟ ਨਹੀਂ ਕਰਾਂਗੇ। ਸਾਨੂੰ ਪਤਾ ਹੈ ਕਿ ਸਰਕਾਰ ਨੇ ਸ਼ਰਾਰਤ ਦੇ ਤਹਿਤ ਸੁਪਰੀਮ ਕੋਰਟ ਦਾ ਸਹਾਰਾ ਲਿਆ ਹੈ। ਵੇਖਣਾ ਹੁਣ ਖਾਸ ਰਹੇਗਾ ਕਿ ਜਦ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਇਹ ਵੀ ਕਹਿ ਦਿੱਤਾ ਗਿਆ ਕਿ 10 ਦਿਨਾਂ ਦੇ ਅੰਦਰ ਅੰਦਰ ਕਮੇਟੀ ਦੀ ਪਹਿਲੀ ਮੀਟਿੰਗ ਹੋਵੇਗੀ। ਨਾਲ ਹੀ ਕਿਸਾਨਾਂ ਨੂੰ ਇੱਕ ਤਾਕੀਦ ਕੀਤੀ ਗਈ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਕੋਆਪਰੇਟ ਕਰੋਗੇ। ਜਦ ਸੁਪਰੀਮ ਕੋਰਟ ਵੱਲੋਂ ਟਿੱਪਣੀ ਕੀਤੀ ਗਈ ਹੈ ਤਾਂ ਵੇਖਣਾ ਹੋਵੇਗਾ ਕਿ ਵਾਕਈ 'ਚ ਆਉਣ ਵਾਲੇ ਸਮੇਂ 'ਚ ਕਿਸਾਨ ਆਪਣਾ ਸਟੈਂਡ ਬਦਲਣਗੇ ਕਿਉਂਕਿ ਹਾਲ ਫਿਲਹਾਲ ਦੀ ਘੜੀ ਤਾਂ ਕਿਸਾਨ ਸਪਸ਼ਟ ਨੇ। ਕਿਸਾਨਾਂ ਦਾ ਕਲੀਅਰ ਕੱਟ ਹੈ ਕਿ ਅਸੀਂ ਇਸ ਕਮੇਟੀ ਦੇ ਗਠਨ ਦੇ ਨਾਲ ਖੁਸ਼ ਨਹੀਂ ਹਾਂ। ਸਾਨੂੰ ਕਿਸੇ ਵੀ ਢੰਗ ਨਾਲ ਆਪਣੀ ਗੱਲ ਇਸ ਕਮੇਟੀ ਦੇ ਸਾਹਮਣੇ ਰੱਖਣ ਦਾ ਕੋਈ ਫਾਇਦਾ ਨਜ਼ਰ ਨਹੀਂ ਆਉਂਦਾ ਕਿਉਂਕਿ ਅਸੀਂ ਤਾਂ खेती ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਾਂ। ਇਹ ਕਮੇਟੀ ਜਾਣਬੁੱਝ ਕੇ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਕੇਂਦਰ ਵੱਲੋਂ ਬਣਾਈ ਗਈ ਹੈ। ਇਹ ਕਹਿਣਾ ਹੈ ਕਿਸਾਨ ਆਗੂਆਂ ਦਾ। ਤੇ ਕਿਹੜੇ 4 ਮੈਂਬਰ ਨੇ? ਅਸ਼ੋਕ ਗੁਲਾਟੀ ਅਰਥ ਸ਼ਾਸਤਰੀ ਹਨ, ਇਹ ਹੋਣਗੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰ। ਦੂਜੇ ਮੈਂਬਰ ਭੁਪਿੰਦਰ ਸਿੰਘ ਮਾਨ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ। ਪ੍ਰਮੋਦ ਕੁਮਾਰ ਜੋਸ਼ੀ ਕੌਮਾਂਤਰੀ ਨੀਤੀ ਪ੍ਰਮੁੱਖ ਤੇ ਅਨਿਲ ਧਨਵੰਤ ਸ਼ਿਵਕਰੀ ਸੰਗਠਨ ਦੇ ਮੈਂਬਰ ਹਨ। ਮਹਾਰਾਸ਼ਟਰ ਦਾ ਕਿਸਾਨ ਸੰਗਠਨ ਹੈ ਉਸ ਦੇ ਮੈਂਬਰ ਹਨ। ਇਹ 4 ਮੈਂਬਰ ਹਨ ਕਮੇਟੀ ਦੇ। ਤੁਹਾਨੂੰ ਦੱਸ ਰਹੇ ਹਾਂ ਜਿਹੜੇ ਕਿ 4 ਮੈਂਬਰੀ ਕਮੇਟੀ ਬਣਾਈ ਗਈ ਹੈ। ਭੁਪਿੰਦਰ ਸਿੰਘ ਮਾਨ ਹਨ, ਇਸ ਤੋਂ ਇਲਾਵਾ ਪ੍ਰਮੋਦ ਕੁਮਾਰ ਜੋਸ਼ੀ ਹਨ। ਨਾਲ ਦੇ ਨਾਲ ਦੱਸ ਦਈਏ ਕਿ ਅਨਿਲ ਧਨਵੰਤ ਜੋ ਕਿ ਸ਼ਿਵਕਰੀ ਸੰਗਠਨ ਦੇ ਮੈਂਬਰ ਹਨ, ਮਹਾਰਾਸ਼ਟਰ ਦੇ ਸੰਗਠਨ ਹੈ ਤੇ ਨਾਲ ਹੀ ਅਸ਼ੋਕ ਗੁਲਾਟੀ ਅਰਥ ਸ਼ਾਸਤਰੀ ਹਨ। ਇਹ ਚਾਰੋਂ ਮੈਂਬਰ ਹੋਣਗੇ ਇਸ ਕਮੇਟੀ ਦੇ। ਹੁਣ ਵੇਖਣਾ ਹੋਵੇਗਾ ਕਿ ਜਦ 10 ਦਿਨਾਂ ਦੇ ਅੰਦਰ ਅੰਦਰ ਪਹਿਲੀ ਮੀਟਿੰਗ ਸੱਦੀ ਜਾਵੇਗੀ ਤਾਂ ਕਿ ਵਾਕਈ 'ਚ ਉਹ ਕਿਸਾਨ ਜਿਹੜੇ ਦਿੱਲੀ ਦੇ ਸਰਹੱਦਾਂ ਦੇ ਉੱਪਰ ਸੰਘਰਸ਼ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਚਲਾ ਰਹੇ ਨੇ ਉਹ ਇਹਨਾਂ ਦੇ ਸਾਹਮਣੇ ਪੇਸ਼ ਹੋਣਗੇ, ਆਪਣੀ ਗੱਲ ਰੱਖਣਗੇ। ਹਾਲ ਫਿਲਹਾਲ ਦੀ ਘੜੀ ਤਾਂ ਸਪਸ਼ਟ ਕਰ ਦਿੱਤਾ ਗਿਆ ਕਿਸਾਨ ਆਗੂਆਂ ਵੱਲੋਂ ਕਿ ਅਸੀਂ ਇਸ ਕਮੇਟੀ ਦੇ ਗਠਨ ਦੇ ਨਾਲ ਹੀ ਖੁਸ਼ ਨਹੀਂ ਹਾਂ। ਇੱਥੋਂ ਤੱਕ ਤੁਹਾਨੂੰ ਦੱਸ ਦਈਏ ਕਿ ਡਾਕਟਰ ਦਰਸ਼ਨਪਾਲ ਦਾ ਬਿਆਨ ਤਾਂ ਇੱਥੋਂ ਤੱਕ ਆਇਆ, ਉਹਨਾਂ ਨੇ ਨਿਕੰਮੇ ਮੈਂਬਰ ਕਰਾਰ ਦਿੱਤਾ। ਜੀ ਹਾਂ, ਉਹਨਾਂ ਦੇ ਹਰਫ ਤੁਹਾਨੂੰ ਦੱਸ ਰਹੇ ਹਾਂ। ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਇਹ ਕਮੇਟੀ ਮੈਂਬਰ ਨਿਕੰਮੇ ਹਨ, ਸਾਨੂੰ ਇਹਨਾਂ ਕੋਲੋਂ ਕੋਈ ਆਸ ਨਹੀਂ ਹੈ। ਇਹ ਸਾਰੇ ਮੈਂਬਰ ਪਹਿਲਾਂ ਤੋਂ ਹੀ ਕਿਸਾਨ ਖੇਤੀ ਕਾਨੂੰਨਾਂ ਦੇ ਪੱਖ ਦੇ ਵਿੱਚ ਹਨ। ਇਹ ਕਹਿਣਾ ਹੈ ਡਾਕਟਰ ਦਰਸ਼ਨਪਾਲ ਦਾ। ਅਜਿਹੇ 'ਚ ਜਦ 4 ਮੈਂਬਰੀ ਕਮੇਟੀ ਜਿਸ ਦਾ ਦਫ਼ਤਰ ਦਿੱਲੀ ਦੇ ਵਿੱਚ ਹੋਵੇਗਾ, ਜਿਸ ਦੀ ਪਹਿਲੀ ਮੀਟਿੰਗ 10 ਦਿਨਾਂ ਦੇ ਅੰਦਰ ਅੰਦਰ ਹੋਵੇਗੀ, ਸੁਪਰੀਮ ਕੋਰਟ ਵੱਲੋਂ ਬਕਾਇਦਾ ਤੌਰ ਤੇ ਜਿਹੜੀਆਂ ਗੱਲਾਂ ਕਹੀਆਂ ਗਈਆਂ ਨੇ, ਤਾਂ ਵੇਖਣਾ ਹੋਵੇਗਾ ਕਿ ਕੀ ਵਾਕਈ 'ਚ ਕਿਸਾਨ ਇਹਨਾਂ ਦੇ ਸਾਹਮਣੇ ਆਪਣਾ ਬਿਆਨ, ਆਪਣੀ ਗੱਲ, ਆਪਣਾ ਪੱਖ ਰੱਖਣ ਦੀ ਕੋਈ ਕੋਸ਼ਿਸ਼ ਕਰਨਗੇ ਵੀ ਜਾਂ ਫਿਰ ਨਹੀਂ। ਇਹ ਬੇहद ਹੁਣ ਦਿਲਚਸਪ ਰਹਿਣ ਵਾਲਾ ਹੈ। ਫਿਲਹਾਲ 4 ਮੈਂਬਰ ਕਿਹੜੇ ਨੇ ਇਸ ਕਮੇਟੀ ਦੇ ਉਹ ਤੁਸੀਂ ਵੇਖ ਪਾ ਰਹੇ ਹੋ। ਅਨਿਲ ਧਨਵੰਤ ਸ਼ਿਵਕਰੀ ਸੰਗਠਨ ਦੇ ਮੈਂਬਰ ਜੋ ਹਨ ਉਹ ਇਸ ਕਮੇਟੀ 'ਚ ਹੋਣਗੇ। ਅਰਥ ਸ਼ਾਸਤਰੀ ਅਸ਼ੋਕ ਗੁਲਾਟੀ ਨੂੰ ਇਸ ਕਮੇਟੀ ਦੇ ਵਿੱਚ ਰੱਖਿਆ ਗਿਆ। ਭੁਪਿੰਦਰ ਸਿੰਘ ਮਾਨ ਹਨ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ, ਉਹ ਇਸ ਕਮੇਟੀ ਦੇ ਮੈਂਬਰ ਹੋਣਗੇ। ਤੇ ਪ੍ਰਮੋਦ ਕੁਮਾਰ ਜੋਸ਼ੀ ਕੌਮਾਂਤਰੀ ਨੀਤੀ ਪ੍ਰਮੁੱਖ ਇਸ ਕਮੇਟੀ ਦੇ ਵਿੱਚ ਮੈਂਬਰ ਹੋਣਗੇ। ਤਾਂ ਤੁਹਾਨੂੰ ਇੱਕ ਵਾਰ ਮੁੜ ਤੋਂ ਦੱਸ ਦਈਏ 4 ਮੈਂਬਰੀ ਕਮੇਟੀ ਦਾ ਗਠਨ ਤਾਂ ਕਰ ਦਿੱਤਾ ਗਿਆ ਹੈ। ਕਿਹੜੇ ਮੈਂਬਰ ਨੇ ਉਹ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਪਾ ਰਹੇ ਹੋ। ਹਾਲਾਂਕਿ ਸਵਾਲ ਚੁੱਕੇ ਜਾ ਰਹੇ ਨੇ ਕਿਸਾਨ ਆਗੂਆਂ ਵੱਲੋਂ ਇਹਨਾਂ ਕਮੇਟੀ ਮੈਂਬਰਾਂ ਦੇ ਉੱਪਰ ਤੇ ਨਾਲ ਹੀ ਕੁਝ ਬਿਆਨ ਜਿਹੜੇ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਵੀ ਫਲੋਟ ਹੋ ਰਹੇ ਨੇ ਉਹ ਬਿਆਨ ਦਰਸਾਉਂਦੇ ਨੇ
ਕਿਸਾਨ ਆਗੂਆਂ ਦਾ ਕਹਿਣਾ ਕਿ ਉਹ ਬਿਆਨ ਦਰਸਾਉਂਦੇ ਨੇ ਕਿ ਇਹ ਸਾਰੇ ਕਮੇਟੀ ਮੈਂਬਰ ਪਹਿਲਾਂ ਤੋਂ ਹੀ ਖੇਤੀ ਕਾਨੂੰਨਾਂ ਦੇ ਪੱਖ ਦੇ ਵਿੱਚ ਰਹੇ ਹਨ। ਇਹਨਾਂ ਵਿੱਚੋਂ ਕੁਝ ਕਿਸਾਨ ਆਗੂ ਬਕਾਇਦਾ ਤੌਰ ਤੇ ਨਰਿੰਦਰ ਤੋਮਰ ਦੇ ਨਾਲ ਜਾ ਕੇ ਮਿਲੇ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਇਹ ਖੇਤੀ ਕਾਨੂੰਨ ਜ਼ਰੂਰ ਲਾਗੂ ਹੋਣੇ ਚਾਹੀਦੇ ਨੇ। ਜਿਹੜੇ तमाम ਖਦਸ਼ੇ ਨੇ ਕਿਸਾਨ ਆਗੂਆਂ ਦੇ, ਇਹਨਾਂ ਖਦਸ਼ਿਆਂ ਦੇ ਚਲਦੇ ਹੀ ਇਸ ਕਮੇਟੀ ਦੇ ਵਿੱਚ ਕੋਈ ਵੀ ਸਹਿਯੋਗ ਨਾ ਦੇਣ ਦਾ ਐਲਾਨ ਕਿਸਾਨ ਆਗੂਆਂ ਵੱਲੋਂ ਕਰ ਦਿੱਤਾ ਗਿਆ। ਰਮਨ ਫਿਲਹਾਲ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਚੁੱਕੇ ਨੇ ਖਬਰ ਤੇ ਹੋਰ ਗੱਲਬਾਤ ਕਰਨ ਦੇ ਲਈ। ਰਮਨ, ਕੀ ਸਮਝਿਆ ਜਾਵੇ? ਇੱਕ ਪਾਸੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਤੇ ਸੁਪਰੀਮ ਕੋਰਟ 'ਚ ਜਦ ਕਮੇਟੀ ਗਠਨ ਕਰਨ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਤੁਰੰਤ ਪ੍ਰਭਾਵ ਦੇ ਨਾਲ ਡਾਕਟਰ ਦਰਸ਼ਨਪਾਲ ਦਾ ਬਿਆਨ ਆਉਂਦਾ ਹੈ। ਉਹਨਾਂ ਨੇ ਤਾਂ ਇਹ ਹਰਫ ਵਰਤੇ, ਉਹਨਾਂ ਦੇ ਹਰਫ ਦੱਸ ਰਹੇ ਹਾਂ ਕਿ ਇਹ ਸਾਰੇ ਕਮੇਟੀ ਮੈਂਬਰ ਨਿਕੰਮੇ ਹਨ, ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ, ਇਹ ਪਹਿਲਾਂ ਤੋਂ ਹੀ ਖੇਤੀ ਕਾਨੂੰਨਾਂ ਦੇ ਪੱਖ ਦੇ ਵਿੱਚ ਰਹੇ ਹਨ। ਕੀ ਵੇਖਿਆ ਜਾਵੇ ਕਿ ਵਾਕਈ 'ਚ ਇਹ ਰੇੜਕਾ ਕਿਤੇ ਸ਼ਾਂਤ ਹੁੰਦਾ ਵਿਖਾਈ ਦੇ ਰਿਹਾ, ਕਮੇਟੀ ਬਣਨ ਦਾ ਕੋਈ ਵੀ ਫਾਇਦਾ ਹੁੰਦਾ ਵਿਖਾਈ ਦੇ ਰਿਹਾ? ਅਮਿਤ, ਹੁਣ ਥੋੜਾ ਸਮਾਂ ਪਹਿਲਾਂ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਜਥੇਬੰਦੀਆਂ ਵੱਲੋਂ, ਪੰਜਾਬ ਦੀਆਂ 32 ਜਥੇਬੰਦੀਆਂ ਸਨ, ਤਾਂ ਸਾਫ਼ ਤੌਰ ਤੇ ਕਿਹਾ ਗਿਆ ਅਸੀਂ ਕਮੇਟੀ ਦੇ ਸਾਹਮਣੇ ਬਿਲਕੁਲ ਪੇਸ਼ ਨਹੀਂ ਹੋਵਾਂਗੇ, ਅਸੀਂ ਉਹਨਾਂ ਸਾਹਮਣੇ ਕੋਈ ਪੱਖ ਨਹੀਂ ਰੱਖਾਂਗੇ। ਸਾਡਾ ਮਤਲਬ ਸਿੱਧਾ ਸਾਫ਼ ਹੈ ਕਿ ਅਸੀਂ ਇਹ ਕਾਨੂੰਨ ਰੀਪੀਲ ਕਰਨਾ ਚਾਹੁੰਦੇ ਹਾਂ, ਐਮਐਸਪੀ ਤੇ ਕਾਨੂੰਨੀ ਗਾਰੰਟੀ ਲੈਣਾ ਚਾਹੁੰਦੇ ਹਾਂ ਔਰ ਕਮੇਟੀ ਦੇ ਸਰਕਾਰ ਵੀ ਬਣਾਉਣਾ ਚਾਹੁੰਦੀ। ਇਸ ਤਾਂ ਉਸ ਸਮੇਂ ਕਮੇਟੀ ਦੇ ਵਿੱਚ ਨਹੀਂ ਗਈ। ਕਮੇਟੀ ਦਾ ਆਧਾਰ ਜਿਹੜਾ ਹੈਗਾ, ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਪਿਛੋਕੜ ਜਿਹੜਾ ਹੈਗਾ ਇਸ ਖੇਤੀ ਕਾਨੂੰਨਾਂ ਦੇ ਸਮਰਥਨ ਵਿੱਚ ਰਿਹਾ। ਉਹਨਾਂ ਬਕਾਇਦਾ ਤੌਰ ਤੇ ਉਹਨਾਂ ਦੀ ਸਟੇਟਮੈਂਟ, ਹਰ ਸਟੇਟਮੈਂਟ ਤੋਂ ਵਾਕਿਫ ਕਰਾਇਆ ਮੀਡੀਆ ਨੂੰ ਕਿ ਇਸ ਸਮੇਂ ਇਹ ਸਟੇਟਮੈਂਟ ਇਹ ਦਿੰਦੇ ਰਹੇ ਨੇ, ਅਖਬਾਰਾਂ ਦੇ ਵਿੱਚ ਬਕਾਇਦਾ ਤੌਰ ਤੇ ਇਹ ਖੇਤੀ ਕਾਨੂੰਨਾਂ ਦੇ ਵਿੱਚ ਪੱਖ ਦੇ ਵਿੱਚ ਉਹਨਾਂ ਦੇ ਆਰਟੀਕਲ ਲੱਗਦੇ ਰਹੇ ਨੇ। ਤੇ ਜਿਹੇ ਦੇ ਵਿੱਚ ਜੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਅਸੀਂ ਇਸ ਕਮੇਟੀ ਨੂੰ ਆਪਦੀਆਂ ਸਿਫਾਰਿਸ਼ਾਂ ਦਿੱਤੀਏ, ਆਪਦੀਆਂ ਗੱਲਾਂ ਕਰਕੇ, ਤਾਂ ਇਹ ਮੁਨਾਸਿਬ ਨਹੀਂ ਹੈਗਾ। ਅਸੀਂ ਉਹ ਕਮੇਟੀ ਮੈਂਬਰਾਂ ਸਾਹਮਣੇ ਕਿਉਂ ਪੇਸ਼ ਹੋਵਾਂਗੇ ਜਿਹੜੇ ਪਹਿਲਾਂ ਜਿਨ੍ਹਾਂ ਦੀ ਧਰਾਤਲ ਹੈਗੀ ਆ ਉਹ ਖੇਤੀਬਾੜੀ ਦੇ ਕਾਨੂੰਨਾਂ ਦੇ ਪੱਖ ਵਿੱਚ ਰਹੀ ਹੈ। ਹਰਮੀਤ ਕਾਦੀਆਂ ਸਾਡੇ ਨਾਲ ਨੇ। ਹਰਮੀਤ ਜੀ, ਕਮੇਟੀ ਅੱਜ ਗਠਿਤ ਹੋ ਗਈ ਆ, ਤੁਸੀਂ ਇਤਰਾਜ਼ ਕਿਉਂ ਕਰ ਰਹੇ ਹੋ ਕਮੇਟੀ ਮੈਂਬਰਾਂ ਤੇ, ਕਿਉਂ ਨਹੀਂ ਪੇਸ਼ ਹੋ ਰਹੇ ਉਹਨਾਂ ਸਾਹਮਣੇ? ਨਹੀਂ, ਅਸੀਂ ਪਹਿਲਾ ਦਿਨ ਤੋਂ ਹੀ ਮਾਨਯੋਗ ਸੁਪਰੀਮ ਕੋਰਟ 'ਚ ਨਹੀਂ ਗਏ। ਅਸੀਂ ਜਿਹੜਾ ਕਨਸਟੀਟਿਊਸ਼ਨਲੀ ਜਿਹੜਾ ਪਾਰਲੀਮੈਂਟ ਆ ਜਿਨ੍ਹਾਂ ਨੇ ਕਾਨੂੰਨ ਬਣਾਇਆ, ਅਸੀਂ ਉਹਨਾਂ ਤੋਂ ਆਪਣੇ ਰਿਪੀਲ ਕਰਾਉਣਾ ਚਾਹੁੰਦੇ ਹਾਂ। ਲਾਅ ਉਹਨਾਂ ਨੇ ਬਣਾਇਆ ਤੇ ਉਹੀ ਰਿਪੀਲ ਕਰਨ। ਤੇ ਜਿਹੜੀਆਂ ਕਮੇਟੀਆਂ ਨੇ, ਜੇ ਸਰਕਾਰ ਨੇ ਕਿਹਾ ਕਮੇਟੀ ਬਣਾਉਣ ਨੂੰ, ਉਦੋਂ ਵੀ ਤਾਂ ਹੀ ਨਹੀਂ ਬਣਾਈ ਗਈ ਸੀ ਵੀ ਕਮੇਟੀਆਂ ਹਮੇਸ਼ਾ ਠੰਡੇ ਵਾਸਤੇ ਬਣਾਈ ਜਾਂਦੀਆਂ ਵੀ ਕਮੇਟੀ ਬਣਾ ਕੇ ਗੱਲ ਠੰਡੇ ਵਾਸਤੇ ਲੈ ਜਾਓ। ਇਸ ਵਾਰ ਕਿਸਾਨ ਵੀ ਤੇ ਕਿਸਾਨ ਜਥੇਬੰਦੀਆਂ ਵੀ ਇਸ ਗੱਲ ਤੇ ਦ੍ਰਿੜ ਨੇ ਵੀ ਇਹ ਗੱਲ ਨੂੰ ਅਸੀਂ 3/9 ਨੂੰ ਜਿਹੜੇ ਤੇ ਐਮਐਸਪੀ ਦੇ ਗਰੰਟੀ ਲੈਣ ਨੂੰ ਅਸੀਂ ਹੁਣ ਠੰਡੇ ਵਾਸਤੇ 'ਚ ਨਹੀਂ ਪੈਣ ਦੇਣਾ। ਇਹ ਸਾਡੇ ਹੱਕ ਨੇ ਐਮਐਸਪੀ ਲੈਣਾ। ਹਰੇਕ ਪੂਰੇ ਭਾਰਤ ਦੇ ਕਿਸਾਨਾਂ ਨੂੰ ਐਮਐਸਪੀ ਜਦ ਤੱਕ ਨਹੀਂ ਮਿਲਦੀ, ਜਦ ਤੱਕ ਉਹਨਾਂ ਦੀ ਅਪਲਿਫਟਮੈਂਟ ਨਹੀਂ ਹੁੰਦੀ, ਤੇ ਜਿਹੜੇ ਲਾਅ ਆ ਇਹ ਜਦ ਤੱਕ ਵਾਪਸ ਨਹੀਂ ਹੁੰਦੇ, ਜਦ ਤੱਕ ਸਾਨੂੰ ਡਰ ਜਿਹੜਾ ਜ਼ਮੀਨਾਂ ਦਾ ਵੀ ਆ, ਕੰਟਰੈਕਟ ਫਾਰਮਿੰਗ ਦਾ ਵੀ ਆ, ਮੋਡ ਆਫ ਪੇਮੈਂਟ ਦਾ ਵੀ ਆ ਤੇ ਐਸੈਂਸ਼ੀਅਲ ਗੁੱਡਸ ਦਾ ਵੀ ਆ, ਤੇ ਜਿਹੜੀ ਵੰਡ ਪ੍ਰਣਾਲੀ ਅੱਗੇ ਕੀਤੀ ਗਈ, ਜਿਹੜੀ ਕੋਵਿਡ-19 ਦੇ ਵਿੱਚ ਸਾਬਤ ਹੋਈ ਆ ਵੀ ਵੰਡ ਪ੍ਰਣਾਲੀ ਜੇ ਸਰਕਾਰ ਨੇ ਖਰੀਦੀ ਹੋਈ ਸੀ ਤਾਂ ਸਾਰੇ ਗਰੀਬਾਂ ਤੱਕ ਆਪਾਂ ਰਾਸ਼ਨ ਪਹੁੰਚਾ ਵੀ ਸਕੇ ਆ। ਇਹੋ ਜਿਹੀਆਂ ਕੰਡੀਸ਼ਨਾਂ ਜਦੋਂ ਕੋਈ ਵਾਰ ਲੱਗ ਜੇ ਜਾਂ ਕੋਈ ਬਿਮਾਰੀ ਇਹੋ ਜਿਹੀ ਫੈਲ ਜੇ, ਉਦੋਂ ਐਸੈਂਸ਼ੀਅਲ ਗੁੱਡਸ ਦਾ ਕਿੰਨਾ ਫਾਇਦਾ ਹੋਇਆ। ਇਹ ਨੇੜੇ ਤੇ ਆਪਾਂ ਨੂੰ 2020 ਦੇ ਵਿੱਚ ਹੀ ਆਪਾਂ ਨੂੰ ਸਾਬਤ ਹੋ ਗਿਆ। ਫਿਰ ਉਦੋਂ ਹੀ ਇਹ ਕਾਨੂੰਨ ਕਿਉਂ ਬਣਾਏ ਗਏ? ਕਿਉਂਕਿ ਇਸ ਦੇ ਵਿੱਚ ਉਹਨਾਂ ਨੂੰ ਬਹੁਤ ਵੱਡੀ ਇੰਡਸਟਰੀ ਲੱਗੀ, ਬਹੁਤ ਵੱਡਾ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਐਂ ਲੱਗਿਆ ਵੀ ਬਹੁਤ ਪ੍ਰੋਫਿਟ ਵਾਲਾ ਇਹ ਮੋੜ ਆ, ਕਿਉਂਕਿ GDP ਉਦੋਂ ਸਭ ਤੋਂ ਵੱਧ ਬਚਾਈ ਐਗਰੀਕਲਚਰ ਨੇ ਆ, ਬਾਕੀ ਸਾਰੀ GDP ਡਾਊਨ ਹੋ ਗਈ ਸੀ। ਬਹੁਤ ਕੰਡੀਸ਼ਨਸ ਨੇ, ਆਪਾਂ ਗੱਲਾਂ ਕਰੀਏ, ਪਰ ਕਮੇਟੀ ਦੀ ਜਿਹੜੀ ਮੇਨ ਪੁਆਇੰਟ ਆਪਾਂ ਤੇ ਆਈਏ, ਕਮੇਟੀ ਹੁਣ ਵੀ ਜਦੋਂ ਬਣਾਵਾਂਗੇ 2 ਮਹੀਨੇ 10 ਦਿਨ ਦਾ ਟਾਈਮ ਦੇ ਦਿੱਤਾ ਵੀ 2 ਮਹੀਨੇ 10 ਦਿਨ ਹੁਣ ਅਸੀਂ ਸੜਕਾਂ 'ਤੇ ਬੈਠੀਏ, ਅਸੀਂ ਤਾਂ ਵੀ ਤਿਆਰ ਹਾਂ। ਅਸੀਂ ਤਾਂ ਜਦ ਤੱਕ ਤਿਆਰ ਹਾਂ ਜਦ ਤੱਕ 3 ਕਾਨੂੰਨ ਵਾਪਸ ਨਹੀਂ ਲਿੱਤੇ ਜਾਂਦੇ। ਕਮੇਟੀ ਬਣਾ ਕੇ ਫੈਸਲਾ ਕੀ ਕਰੂਗੀ ਉਹ ਤਾਂ ਦੋਨੇ ਪੱਖ ਸੁਣਨ ਨੂੰ ਕਹਿ ਰਹੇ ਆ। ਅਸੀਂ ਤਾਂ ਕਹਿੰਦੇ ਆ ਵੀ ਜਦ ਤੱਕ ਰਿਪੀਲ ਨਹੀਂ ਕੀਤੇ ਸਾਡੇ ਤੋਂ ਇਸ ਤੋਂ ਬਗੈਰ ਸਾਡਾ ਕੋਈ ਹੱਕ ਹੀ ਨਹੀਂ। ਦੋ ਗੱਲਾਂ ਅੱਜ ਹੋਈਆਂ। ਇੱਕ ਕਿਹਾ ਗਿਆ ਖਾਲਿਸਤਾਨੀ ਮੂਵਮੈਂਟ ਜਿਹੜੀ ਇਸ ਅੰਦੋਲਨ ਨੂੰ ਚਲਾ ਰਹੀ ਹੈ, ਇੱਕ ਗੱਲ ਕਹੀ ਕਿ 26 ਤਰੀਕ ਦੀ ਜਿਹੜੀ ਕਾਲ ਆ ਉਹ ਵਾਪਸ ਲਈ ਜਾਵੇ। ਦੋਵੇਂ ਕਾਲ ਨੂੰ ਇੱਕ ਪਾਸੇ ਖਾਲਿਸਤਾਨ ਦਾ ਧੱਬਾ ਤੁਹਾਡੇ ਤੇ ਲੱਗ ਰਿਹਾ ਕਿ ਖਾਲਿਸਤਾਨ ਚਲਾਣ, ਦੂਜੇ ਪਾਸੇ ਕਹਿ ਰਹੇ ਨੇ ਕਿ 26 ਤਰੀਕ ਦੀ ਐਜੀਟੇਸ਼ਨ ਜਿਹੜੀ ਹੈ ਰੋਸ ਉਹ ਵਾਪਸ ਲਓ। ਨਹੀਂ, ਮਾਨਯੋਗ ਸੁਪਰੀਮ ਕੋਰਟ ਨੇ ਨਹੀਂ ਕਿਹਾ, ਇਹਨਾਂ ਸਰਕਾਰ ਦੇ ਵਕੀਲ ਨੇ ਕਿਹਾ। ਇਹ ਸਰਕਾਰ ਦੇ ਵਕੀਲ ਨੇ ਕਿਹਾ ਕਿਉਂਕਿ ਸਰਕਾਰ ਪਹਿਲਾਂ ਤੋਂ ਹੀ, ਜਦੋਂ ਤੋਂ ਅਸੀਂ 28 ਤਰੀਕ ਦੇ 27 ਤਰੀਕ ਦੇ ਉਰੇ ਆਏ ਆ, ਉਦੋਂ ਤੋਂ ਹੀ ਅਲੱਗ-ਅਲੱਗ ਤਰੀਕੇ ਨਾਲ ਕਦੀ ਸਾਨੂੰ ਖਾੜਕੂ ਕਹਿ ਕੇ, ਕਦੀ ਖਾਲਿਸਤਾਨੀ ਕਹਿ ਕੇ, ਕਦੀ ਨਕਸਲਾਈਟ ਕਹਿ ਕੇ, ਕਦੀ ਕਾਮਰੇਡ ਨੀਤੀ ਨਾਲ ਚੱਲਦੀ ਕਹਿ ਕੇ, ਉਹਨਾਂ ਨੇ ਮਤਲਬ ਸਾਨੂੰ ਹਰ ਵਾਰੀ ਇਹ ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਢਾਲ ਲਾਉਣ ਨੂੰ ਕਿਹਾ। ਤੇ ਹੁਣ ਵੀ 26 ਦੀ ਮਾਰਚ ਤੋਂ ਡਰ ਕੇ, ਕਿਉਂਕਿ ਪਹਿਲਾਂ 7 ਤਰੀਕ ਨੂੰ 8 ਤਰੀਕ ਨੂੰ ਜਿਹੜਾ ਟ੍ਰੇਲਰ ਦਿਖਾਇਆ ਸੀ, ਉਹ ਟ੍ਰੇਲਰ ਤੋਂ ਡਰੇ ਹੋਏ ਵੀ ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ ਤੇ ਮੱਧ ਪ੍ਰਦੇਸ਼ ਚੋਂ ਕਾਫੀ ਗਿਣਤੀ ਦੇ ਕਿਸਾਨ ਆਉਣਗੇ, ਤਾਂ ਉਹ ਤੁਹਾਡੇ ਧੱਬਾ ਲਾ ਰਹੇ ਆ ਇਹ ਅੰਦੋਲਨ ਨੂੰ, ਜਿੱਥੇ ਕਿ ਇਹ ਅੰਦੋਲਨ ਬਹੁਤ ਸ਼ਾਂਤਮਈ ਰਿਹਾ। ਤਕਰੀਬਨ 100 ਦਿਨ ਤੋਂ ਵੀ ਉੱਪਰ ਟੱਪ ਚੁੱਕੇ ਆ। ਜੀ ਰਮਨ, ਤੁਹਾਨੂੰ ਇਹ ਗੱਲ ਦੱਸ ਦਈਏ ਵੀ ਇੰਨੀ ਠੰਡ ਦੇ ਵਿੱਚ 115 ਜੀ ਰਮਨ ਮੌਤਾਂ ਹੋ ਚੁੱਕੀਆਂ, ਜਾਨਾਂ ਅਸੀਂ ਗਵਾ ਚੁੱਕੇ ਆ, ਸ਼ਹੀਦ ਹੋ ਚੁੱਕੇ ਸਾਡੇ ਕਿਸਾਨ।
ਜੀ ਅਮਿਤ, ਹੁਣ ਜਿਹੜੀ ਗੱਲ ਹੈ ਕਿਸਾਨ ਜਥੇਬੰਦੀਆਂ ਸਪਸ਼ਟ ਕਰ ਚੁੱਕੇ ਹਨ ਕਿ 26 ਤਰੀਕ ਦਾ ਰੋਸ ਮਾਰਚ ਵਾਪਸ ਨਹੀਂ ਲਿਆ ਜਾਵੇਗਾ ਔਰ ਸਾਡਾ ਅੰਦੋਲਨ ਜਿਹੜਾ ਸ਼ਾਂਤੀਪੂਰਨ ਹੈ, ਸ਼ਾਂਤੀਪੂਰਨ ਰਹੇਗਾ। ਬਿਲਕੁਲ ਵਾਕਈ ਜੀ, ਕਿਸਾਨ ਜਥੇਬੰਦੀਆਂ ਦਾ ਪਹਿਲੇ ਦਿਨ ਤੋਂ ਆਪਣਾ ਸਟੈਂਡ ਕਲੀਅਰ ਹੈ ਤੇ ਕਿਸਾਨ ਜਥੇਬੰਦੀਆਂ ਉਸੇ ਸਟੈਂਡ ਦੇ ਉੱਪਰ ਕਾਇਮ ਵਿਖਾਈ ਦੇ ਰਹੀਆਂ ਨੇ। ਫਿਲਹਾਲ ਬਹੁਤ ਸ਼ੁਕਰੀਆ ਰਮਨ, ਇਸ ਸਾਰੀ ਜਾਣਕਾਰੀ ਨੂੰ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ।